अस्सलाम वालेकुम, वेलकम टू बेस्ट टीवी और मैं हूं शेख अनायत। तो जनाब, जैसा कि मैं आपके पास आपके साथ कुछ इन्फॉर्मेशन लेकर आता हूं इराक़ की, अरब ममालिक की, तो आज भी इसी तरह आपने थंबनेल तो देख लिया होगा कि जो इराक़ में कंपनियां हैं, जो कंपनी के थ्रू आ रहे हैं, उन लोगों के मुतालिक आज मैं वीडियो लेकर आया हूँ। और जो लोग कंपनी का नाम दिखाकर फ्रॉड करते हैं, उन लोगों को मैं सामने आपके पेश करने जा रहा हूँ। वो आप उनसे महतात रहें, उनसे आप ग्रेज़ करें और तवज्जो दें। सबसे पहले मैं जो भी आपसे कहना चाहता हूँ, वो सब सुनने से पहले ये वीडियो मुलाज़ा फरमाइए और फिर उसके बाद हम करेंगे बात, और बाकी बातें बाद में। तनवीर भाई तो शुरू कर बांधी भी जी। तनवीर भाई हम इधर घुमाने के लिए आया है पाकिस्तान से। हमने 2-2.5 लाख रुपया एजेंट को दिया है। उस हिसाब से हमें सैलरी नहीं मिल रही, हम स्ट्राइक पे हैं। हमारे बीवी बच्चे भूखे हैं घर पे, हमें इधर जुल्म हो रहा है। हमें हमारे साथ कोई इंसाफ किया जाए जी। वसीम भाई की कहना चाहोगे ਤੁਸੀਂ ਸਾਡੇ ਨਾਲ ਇਹ ਇੰਨਾ ਕੰਪਨੀ ਕਰਨ ਦੀ ਇਹ ਪਿੱਛੋਂ ਏਜੰਟ ਕਰਨ ਦੇ? ਜਿੰਨੇ ਆਉਣਾ ਉਹਨੇ ਸਮਝ ਲਓ ਮਗਰਬਾਜ਼ ਦੇ ਮੂੰਹ ਦੇ ਵਿੱਚ ਵੜਨਾ। ਹਾਂਜੀ, ਬਾਹਰ ਨਹੀਂ ਨਿਕਲਿਆ ਜਾਣਾ ਕਿਸੇ ਕੋਲ। ਹਾਂਜੀ ਜੀ ਸਰ। ਨਹੀਂ, ਵਜ੍ਹਾ ਕੀ ਹੈ? ਤੁਸੀਂ ਕਿਉਂ ਪਰੇਸ਼ਾਨ, ਕਿਉਂ ਲੋਕਾਂ ਨੂੰ ਮੈਸੇਜ ਦੇਂਦੇ ਹੋ ਕਿ ਤੁਸੀਂ ਇੱਥੇ ਨਾ ਆਓ? ਕੀ ਵਜ੍ਹਾ ਹੈ? ਸਰ 2-2.5 ਲੱਖ ਰੁਪਈਆ ਲਾ ਕੇ ਆਏ ਆ ਤੇ ਉੱਥੇ ਸਾਡੇ ਨਾਲ ਗੱਲ ਹੋਈ ਕਿ 70-80 ਹਜ਼ਾਰ ਰੁਪਈਆ ਕਮਾਓਗੇ, ਇੱਥੇ 40-45 ਹਜ਼ਾਰ ਰੁਪਈਆ ਬਣਦਾ। 30 ਹਜ਼ਾਰ ਰੁਪਈਆ ਬਚੇ ਕਰੇਗਾ। 30 ਹਜ਼ਾਰ ਦਾ ਅਸੀਂ ਕੀ ਕਰਾਂਗੇ? ਜੇ ਕੋਈ ਮਸਲਾ ਬਣ ਗਿਆ ਕੱਲ ਨੂੰ ਵਾਧਾ ਘਾਟਾ ਹੋ ਗਿਆ ਤਾਂ ਸਾਡਾ ਜ਼ਿੰਮੇਦਾਰ ਹੈ। ਤੇ ਮਿਹਰਬਾਨੀ ਕਰਕੇ ਪਾਕਿਸਤਾਨ ਨੂੰ ਹੋਰ ਕੇ ਪਾਸੇ ਜਾਵੇ। ਹਨੀਫ ਦੇ ਨਾਲ ਜਿਹੜਾ ਨਾ ਲਿਆਕਤ ਦੇ ਨਾਲ ਭਾਈ ਇਹਦੇ ਕੋਲੋਂ ਬਚੋ ਤੇ ਹੋਰ ਪਾਸੇ ਦਾ ਕੋਈ ਹਿਸਾਬ ਨਾ। ਚੱਲ ਭਾਈ ਰਾਣਾ, ਆਰਾਮ ਨਾਲ ਸਕੂਨ ਨਾਲ, ਤਸੱਲੀ ਨਾਲ। ਮੇਰੇ ਕੋਲ ਆਓਗੇ ਤੇ ਮੈਂ ਜ਼ਿਆਦਾ ਤਾਣ ਕੇ ਫਸ ਜਾਓਗੇ। ਇੱਥੇ ਬਹੁਤ ਕੰਮ ਔਖਾ ਆ ਭਾਈ ਕੀ ਵਜ੍ਹਾ? ਤੁਸੀਂ ਕਿਉਂ ਪਰੇਸ਼ਾਨ ਹੋ? ਤੁਸੀਂ ਦੱਸੋ ਨਾ, ਆਪਣਾ ਓਪੀਨੀਅਨ ਦੱਸੋ ਉਹਨਾਂ ਨੂੰ। ਅਸੀਂ ਆਏ ਸਾਂ ਦੰਦ ਕੱਢੇ ਜੇ। ਹੈਲਪਰਾਂ ਚ ਲਾ ਦਿੱਤਾ ਉਹਨਾਂ ਨੇ। ਕੋਈ ਚੱਕਰ ਨਹੀਂ ਹਾਲੇ ਤੱਕ। ਨਹੀਂ ਗਾਲ ਨਹੀਂ ਕਰਨੀ, ਤਮੀਜ਼ ਨਾਲ ਗੱਲ ਕਰੋ। ਇਹ ਪਬਲਿਕ ਕਰਨੀ ਹੈ। ਮੈਂ ਗੱਲ ਕੱਢਾਂਗਾ ਭਾਈ ਤੁਸੀਂ ਆਪਣੀ ਵਜ੍ਹਾ ਦੱਸੋ। ਜ਼ਰੂਰੀ ਨਹੀਂ ਤੁਸੀਂ ਗਾਲ ਕੱਢੋਗੇ ਤੇ ਉਹਨਾਂ ਨੂੰ ਬੁਰਾ ਲੱਗਣਾ ਹੈ। ਸਾਡਾ ਜੋ ਅਸੀਂ ਬੈਠੇ ਨਾ ਬੰਦੇ ਇੰਨੇ ਬੜੇ, ਇਹ ਵੀਡੀਓ ਬਣ ਕੇ ਜਾਰੀ ਕਰਦੀ ਜਾਏਗੀ, ਇਹ ਵੀ ਬੜੀ ਬੁਰੀ ਲੱਗੇਗੀ। ਜ਼ਰੂਰੀ ਨਹੀਂ ਕਿ ਗਾਲ ਲੱਗੇਗੀ। ਚਲੋ ਸੁਣਾਓ ਕੋਲ। ਹਾਂਜੀ ਅੱਛਾ। ਆਏ ਜੀ ਅਸੀਂ ਰੋਟੀ ਕਮਾਉਣ ਵਾਸਤੇ। ਪਾਕਿਸਤਾਨ ਜਿੰਨੀ ਤਨਖਾਹ ਹੈ ਨਹੀਂ ਸੀ ਇੱਥੇ। ਚਲੋ ਆਏ ਤਾਂ ਕਿ ਚਲੋ ਅਸੀਂ ਐਗਰੀਮੈਂਟ ਜਿਹੜਾ ਕਰਕੇ ਆਏ ਆ, ਸਾਨੂੰ ਉਸ ਐਗਰੀਮੈਂਟ ਦੇ ਹਿਸਾਬ ਨਾਲ ਤਨਖਾਹ ਨਹੀਂ ਮਿਲਦੀ ਪਈ। ਐਸੇ ਹਿਸਾਬ ਨਾਲ ਵੈਸੇ ਇੱਥੇ 70-80 ਹਜ਼ਾਰ ਰੁਪਏ ਤਨਖਾਹ ਮਿਲੇਗੀ, ਲੇਕਿਨ ਇੱਥੇ ਆਣ ਕੇ ਪਤਾ ਚੱਲਿਆ ਕਿ 50 ਹਜ਼ਾਰ ਵੀ ਨਹੀਂ ਬਣਦੀ ਪਈ। ਫਿਰ ਅਸੀਂ ਇੱਥੇ ਕੀ ਕਰਨਾ? हाँ भाई चंगड़, ਉਹ ਅਗਲੇ ਨਾਲ ਗੱਲ ਕਰਾ ਦੇ। नहीं सीरियस यार हम ये इसलिए वीडियो बना रहे हैं कि हम तो बस के हैं, कोई और पाकिस्तानी भाई हम हमारे जैसे इधर आकर ना फंसे। हनीफ के थ्रू और किसी के थ्रू आपको आने की जरूरत नहीं है। आप डायरेक्ट एजेंसी के थ्रू आए कि किसी एजेंट के थ्रू मत यहाँ आए। चलो भाई मैं देखना। हाँ जी भाई, किस वजह से तुसी रूम च स्ट्राइक करके बैठे हो? की वजह बनी? ਤਨਖਾਹ ਦੀ ਵਜ੍ਹਾ ਤੋਂ ਬੈਠੇ ਆ। ਠੀਕ ਹੈ, ਉੱਥੇ 350 8 ਘੰਟਿਆਂ ਦੀ 450 10 ਘੰਟਿਆਂ ਦੀ ਗੱਲ ਕਰਕੇ ਆਏ ਜੀ। ਇੱਥੇ ਆ ਕੇ 228, ਇੰਨਾ ਜ਼ਮੀਨ ਅਸਮਾਨ ਦਾ ਫਰਕ ਹੈ। 350 ਤੇ 228 ਦੇ ਵਿੱਚ ਡਾਲਰ। हाँ जी बिल्कुल। ਇਹ ਸੈਲਰੀ ਮਿਲ ਰਹੀ ਹੈ 10 ਘੰਟਿਆਂ ਦੀ। 300 ਵੀ ਨਹੀਂ ਮਿਲ ਰਹੀ, 280 85 ਬਣ ਰਹੀ ਹੈ। ਉਸ ਤੋਂ ਬਾਅਦ ਡਿਊਟੀ 10 ਘੰਟੇ ਨਹੀਂ 14 ਘੰਟੇ ਡਿਊਟੀ ਕਰ ਰਹੇ ਹਾਂ ਅਸੀਂ। ਠੀਕ ਹੈ ਨਾ? ਤੇ ਇਹ ਸਾਨੂੰ ਕੰਟਰੈਕਟ ਮਨਜ਼ੂਰ ਨਹੀਂ, ਇਸ ਲਈ ਅਸੀਂ ਸਾਈਨ ਨਹੀਂ ਕੀਤਾ, ਸਟ੍ਰਾਈਕ ਕਰਕੇ ਬੈਠੇ ਹਾਂ। ਜੇ ਸਾਡੀ ਸੈਲਰੀ ਵਧਾਓ ਜਾਂ ਸਾਨੂੰ ਪਾਕਿस्तान ਭੇਜੋ। ओके हाँ जी सर जी, की हाल? ठीक है, शुक्र अल्लाह दा। दंद नहीं कढ़ने, अपनी गल करनी है। बोलो। तुसी बोलना है, मैं ते भाई किस वजह तो बैठे हो इत्थे? ਕਿਹਦਾ ਨਾਮ ਹੈ? ਸਾਡੇ ਨਾਲ ਇਹਨਾਂ ਨੇ ਐਗਰੀਮੈਂਟ ਕੀਤਾ ਸੀ। ਇਹਦਾ ਨਾਮ ਹੈ हनीफ साहब, ਹਨੀਫ ਸਾਹਿਬ ਨੇ ਐਗਰੀਮੈਂਟ ਕੀਤਾ। लियाकत साहब ਨੇ ਕਿ ਜੀ ਤੁਹਾਨੂੰ ਸੈਲਰੀ ਜਿਹੜੀ ਹੈ ਨਾ $350 ਜਿਹੜਾ ਨਾ 8 ਘੰਟਿਆਂ ਦਾ ਮਿਲੇਗਾ। 10 ਘੰਟੇ शाह जी तुसी केड़ा लियाकत दा लिया ना? तुसी लियाकत कोलों ही आए हो।
ਇਸ ਤਰ੍ਹਾਂ ਅਗਰ ਉਹ ਐਗਰੀਮੈਂਟ ਕਰਦੇ ਨੇ ਨਾ ਏਜੰਟ ਤੇ ਉਹ ਪੂਰਾ ਨਹੀਂ ਉਤਰਦੇ ਲੇਕਿਨ ਮੈਂ ਪਹਿਲੇ ਵੀ ਸਾਊਦੀ ਅਰਬ ਰਿਹਾ ਉਹ ਪੂਰਾ ਉਤਰੇ ਸਾਂ ਜਿੱਦਾਂ ਕੋ ਮੈਂ ਪਹਿਲੇ ਕੰਮ ਕਰ ਗਿਆ ਇਰਾਕ ਇਸ ਬੰਦੇ ਦੇ ਮਗਰ ਲੱਗ ਕੇ ਗਏ ਆ ਇਹਨੇ ਜ਼ਲੀਲ ਕਰ ਦਿੱਤਾ ਪਹਿਲੇ 8 ਮਹੀਨੇ ਇਹਦੇ ਕੋਲ ਪਾਸਪੋਰਟ ਆ ਵੀਜ਼ਾ ਹੀ ਨਹੀਂ ਸੀ ਕਢਵਾਉਂਦਾ ਜੇ ਵੀਜ਼ਾ ਨਿਕਲਿਆ ਤੇ ਇਹਨੇ ਕਿਹਾ ਜੀ ਤੁਹਾਨੂੰ ਮੈਡੀਕਲ ਵੀ ਮਿਲੇਗਾ ਟਰਾਂਸਪੋਰਟ ਵੀ ਮਿਲੇਗੀ ਸਾਨੂੰ ਮੈਡੀਕਲ ਨਹੀਂ ਮਿਲ ਰਿਹਾ ਇੱਥੇ ਟਰਾਂਸਪੋਰਟ ਹੈ ਖਾਣਾ ਵੀ ਮਾੜਾ ਚੰਗਾ ਲੱਭ ਹੀ ਰਿਹਾ ਸ਼ੁਕਰ ਹੈ ਅੱਲਾ ਦੀ ਜ਼ਾਤ ਦਾ ਲਾਂਡਰੀ ਕੋਈ ਲੇਕਿਨ ਬੱਚੇ ਤੇ ਮੇਰੇ ਬੱਚੇ ਜਿਹਨੇ 2 ਬੱਚੇ ਨੇ ਉੱਥੇ ਕਿਰਾਏ ਦਾ ਘਰ ਹੈ ਸਾਰਾ ਕੁਝ ਛੱਡ ਕੇ ਆਇਆ ਸੀ ਕਿ ਕੋਈ ਬੱਚਿਆਂ ਦਾ ਕੁਝ ਬਣ ਜਾਏਗਾ ਪਰ ਇਹਨੇ ਤੇ ਸਾਨੂੰ ਜ਼ਲੀਲ ਕਰਤਾ ਮੇਰਾ ਭਰਾ ਕੋਈ ਬੰਦਾ ਇੱਥੇ ਇਰਾਕ ਨਾ ਆਵੇ ਬੜੀ ਜ਼ਲਾਲਤ ਹੈ JV ਕੰਪਨੀ 'ਚ ਖਾਸ ਤੌਰ ਤੇ ਨੀਫ ਦੇ ਜ਼ਰੀਏ ਜਾਂ ਕਿਸੇ ਹੋਰ ਦੇ ਜ਼ਰੀਏ ਠੀਕ ਹੈ ਤੇ ਇਸ ਤਰ੍ਹਾਂ ਦੇ ਬੰਦੇ ਨੇ ਹੁਣ ਆਪਣਾ ਕੰਪਨੀ ਨਹੀਂ ਹੁੰਦੇ ਹੈਲੋ ਫੜੋ ਬਣਾਓ ਤਮਸੀਮ ਭਾਈ ਬਣਾਇਆ ਭਾਈ ਮੇਨ ਬੰਦੇ ਦਾ ਬਣਾ ਅੱਛਾ ਸਰ ਅਮਜਦ ਅਲੀ ਨਾਮ ਹੈ ਮੇਰਾ ਔਰ ਮੈਂ ਹਨੀਫ ਸਾਹਿਬ ਮੀਆਂ ਚਨੂ ਉਹਨਾਂ ਦੇ ਥਰੂ ਇੱਥੇ ਇਰਾਕ ਆਇਆ ਵੈਲਡਰ ਮੈਂ ਪਾਕਿਸਤਾਨ ਉੱਥੇ ਮੇਰੀ ਮਾਸ਼ਾਅੱਲਾ ਬਹੁਤ ਅੱਛੀ ਸੈਲਰੀ ਸੀ 4 ਬੱਚੇ ਨੇ ਮੇਰੇ ਮਕਾਨ ਹੀ ਕਿਰਾਏ ਦਾ ਸਾਡਾ ਸਾਰਾ ਨਿਜ਼ਾਮ ਬੜਾ ਸੋਹਣਾ ਚੱਲਦਾ ਸੀ ਅੱਛਾ ਚੱਲਦਾ ਸੀ ਨਿਜ਼ਾਮ ਠੀਕ ਹੈ ਨਾ ਤੇ ਜਨਾਬ ਸਾਹਿਬ ਉੱਥੇ ਸਾਡੇ ਨਾਲ ਕੰਟਰੈਕਟ ਹੋਇਆ ਸੀ ਇਹਨਾਂ ਦਾ 350 8 ਘੰਟੇ ਦੀ ਡਿਊਟੀ 2 ਘੰਟੇ ਓਵਰ ਟਾਈਮ ਮਤਲਬ $450 ਸੈਲਰੀ ਹੋਏਗੀ ਤੁਹਾਡੀ ਇਰਾਕ 'ਚ ਜਾ ਕੇ ਠੀਕ ਹੈ ਤੇ ਜਨਾਬ ਸਾਹਿਬ ਸਾਨੂੰ 10 ਦਿਨ ਹੋ ਗਏ ਨੇ ਅਸੀਂ ਆਨੇ ਜਾਣੇ ਪਏ ਆ ਕੰਮ ਤੇ ਅੱਜ ਸਾਨੂੰ ਐਗਰੀਮੈਂਟ ਮਿਲਿਆ ਉਹਨਾਂ ਨੇ ਆਖਿਆ ਇਸ ਐਗਰੀਮੈਂਟ ਤੇ ਸਾਈਨ ਕਰੋ ਕੁਝ ਭਰਾ ਸਾਡੇ ਪੜ੍ਹੇ ਲਿਖੇ ਸਨ ਵਿੱਚੋਂ ਉਹਨਾਂ ਨੇ ਐਗਰੀਮੈਂਟ ਪੜ੍ਹ ਕੇ ਜਿਹੜਾ ਨਾ ਉਹ ਆਪਣਾ ਓਪੀਨੀਅਨ ਤੇ ਖਲੋਤੇ ਨੇ ਕਿ ਐਗਰੀਮੈਂਟ ਸੈਲਰੀ ਬਣਦੀ ਪਈ ਹੈ $228 ਮਹੀਨੇ ਦੇ 8 ਘੰਟੇ ਦੇ ਹਿਸਾਬ ਨਾਲ 450 ਜਾਂ 350 ਨਹੀਂ ਬਣਦਾ ਪਿਆ ਸਾਡਾ ਇਸ ਵਜ੍ਹਾ ਤੋਂ ਕੰਪਨੀ ਪਿੱਛੇ ਪਾਕਿਸਤਾਨ ਜਿਨ੍ਹਾਂ ਦੇ ਥਰੂ ਅਸੀਂ ਆਏ ਆ ਤੇ ਕਿਊਮੀ ਕੰਪਨੀ ਇਹਨਾਂ ਦੇ ਨਾਲ ਸਾਡਾ ਉਹ ਵੇ ਗੱਲਬਾਤ ਸਾਡੀ ਕਿ ਸਾਡਾ ਐਗਰੀਮੈਂਟ ਸਹੀ ਕੀਤਾ ਜਾਵੇ ਅਸੀਂ ਤਾਂ ਕੰਮ ਤੇ ਖਲੋਣਾ ਵਰਨਾ ਅਸੀਂ ਨਹੀਂ ਖਲੋਣਾ ਹੈ ਭਾਵੇਂ ਅੱਜ ਸਾਨੂੰ ਭੇਜ ਦਿਓ ਭਾਵੇਂ ਕੱਲ ਨੂੰ ਸਾਨੂੰ ਭੇਜ ਦਿਓ ਅਸੀਂ ਇਸ ਐਗਰੀਮੈਂਟ ਤੇ ਸਾਈਨ ਨਹੀਂ ਕਰਨੇ ਅਸੀਂ ਇਸ ਐਗਰੀਮੈਂਟ ਤੇ ਕੰਮ ਨਹੀਂ करना भाई आओ तो भी बना। तो जी हाँ दोस्तों आपने वीडियो तो देख ही ली है और वीडियो को देख के आपको क्या महसूस हो रहा है ये करबला में कंपनी है जिसका नाम है हुंडई कंपनी में ये काम हो रहा है कंपनी बिल्कुल अपनी जगह पे ठीक है कंपनी अपनी वर्करों को जो भी उन्होंने एग्रीमेंट किया है वो कर रही है ठीक है कंपनी का कोई कसूर नहीं है और ये जो बेड़िए बैठे हुए हैं पाकिस्तान में ये मैं उसका चेहरा आपको दिखाने जा रहा हूँ ये देखिए ये जो ख़ासकर इसका आप ख्याल रखिए इसके झांसे में ना आइए ये उधर आपको कुछ बताता है और इधर कुछ निकलता है कमिटमेंट जो भी होती है वो जो एजेंट आपको लेके आता है उसके साथ होती है वो कंपनी जो भी करती है बात वो उसके साथ खुली करती है वो लेकिन वो एजेंट जो आपको सब्ज़ बाग दिखा के इधर लाते हैं वो एजेंट अपने कुछ ज़्यादा ही बाग आपको दिखा देते हैं तो इनसे थोड़ा ग्रेज करिएगा ख़ासकर इस आदमी से आप ग्रेज करिएगा इसके झांसे में मत आइएगा और इसका नाम हनीफ है ठीक है तो इसने कुछ ट्रैवल एजेंसी भी बनाई हुई है जहाँ तक मैंने मालूम किया है तो जनाब मैं तो यही कहूँगा कि आप ख़ुसूसन आप जितनी भी जांच पड़ताल कर लें उतनी ही कम है लेकिन इससे आप थोड़ा परहेज़ कीजिएगा तो अगर आपको मेरी वीडियो अच्छी लगी तो अपने दोस्तों के साथ शेयर करें क्योंकि कोई और इसके झांसे में ना आ जाए और अगर आप नए देख रहे हैं मेरे कोई नया साथी देख रहा है तो आप मेरे चैनल को सब्सक्राइब करें और लाइक करें अपने दोस्तों के साथ शेयर करें तो अपना बहुत सारा ख्याल रखिएगा फिर मिलेंगे किसी अच्छी सी वीडियो में और अपना दुआओं में मुझे भी याद रखिएगा तब तक के लिए अल्लाह हाफिज़।